ਰੋਜ਼ਾਨਾ ਲੋਕਨਾਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਾਂਗਰਸ ਦੇ ਵਿੱਚ ਜਿਹੜੀ ਬਗਾਵਤ ਸ਼ੁਰੂ ਹੋਈ ਹੈ, ਪਹਿਲਾਂ ਪੰਜਾਬ ਦੇ ਵਿੱਚ ਤੇ ਹੁਣ ਨੈਸ਼ਨਲ ਲੈਵਲ ਦੇ ਉੱਪਰ ਕਾਂਗਰਸ ਦੇ ਵਿੱਚ ਬਾਗੀ ਸੁਰ ਉੱਠਣੇ ਸ਼ੁਰੂ ਹੋ ਗਏ ਨੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ 1 ਮਾਰਚ ਤੋਂ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਤਿਆਰੀ ਖਿੱਚੀ ਹੈ। ਭਗਵੰਤ ਮਾਨ ਨੇ ਕੁਝ ਵੱਡੇ ਐਲਾਨ ਕੀਤੇ ਨੇ। ਇਹਨਾਂ ਪੂਰੀਆਂ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਸਿੰਘ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਰੋਜ਼ਾਨਾ ਲੋਕਨਾਦ ਟੀਵੀ ਤੇ। ਸ਼ੁਕਰੀਆ, ਮਿਹਰਬਾਨੀ ਸੁਖਵਿੰਦਰ ਜੀ, ਧੰਨਵਾਦ। ਡਾਕਟਰ ਸਾਹਿਬ ਆਪਾਂ ਪਹਿਲਾਂ ਕਾਂਗਰਸ ਦੀ ਗੱਲ ਕਰਾਂਗੇ। ਕਾਂਗਰਸ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਾਗੀ ਸੁਰ ਉੱਠੇ ਸੀ, ਹੁਣ ਨੈਸ਼ਨਲ ਲੈਵਲ ਦੇ ਉੱਪਰ ਵੀ ਸਿਆਸੀ ਜਿਹੜਾ ਸੰਕਟ ਕਾਂਗਰਸ ਦੇ ਉੱਪਰ ਬਣਿਆ, ਕਿਵੇਂ ਦੇਖਦੇ ਹੋ ਕਿ ਗਾਂਧੀ ਪਰਿਵਾਰ ਇਸ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਊਗਾ? ਸੁਖਵਿੰਦਰ ਜੀ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜਦੋਂ ਤੋਂ ਬੀਜੇਪੀ ਸੱਤਾ 'ਚ ਆਈ ਹੈ ਤਿਉਂ ਤੋਂ ਜਿਹੜੀ ਕਾਂਗਰਸ ਹੈ ਉਹ ਵਿਰੋਧੀ ਧਿਰ ਦੀ ਭੂਮਿਕਾ ਅਦਾ ਨਹੀਂ ਕਰ ਪਾ ਰਹੀ, ਔਰ ਪਿਛਲੇ ਲੰਬੇ ਸਮੇਂ ਤੋਂ ਖਾਸ ਤੌਰ 'ਤੇ ਜਿਹੜੀ ਸੈਂਟਰ ਦੀ ਇਹਨਾਂ ਦੀ ਸਰਕਾਰ ਜਾਂ ਇਹਨਾਂ ਦੀ ਆਪਾਂ ਕਹਿ ਰਹੀਏ ਕਿ ਇੱਕ ਜਿਹੜੀ ਕਮੇਟੀ ਹੈ ਉਹ ਲਗਾਤਾਰ ਡਾਊਨਫਾਲ ਉਹਦਾ ਅਸੀਂ ਦੇਖ ਰਹੇ ਹਾਂ। ਉਹਦਾ ਵੱਡਾ ਕਾਰਨ ਇਹ ਹੈ ਕਿ ਪਰਿਵਾਰਵਾਦ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਰਾਹੁਲ ਦੀ ਜਾਂ ਇਸ ਤੋਂ ਪਹਿਲਾਂ ਲਗਾਤਾਰ ਆਪਾਂ ਦੇਖ ਰਹੇ ਹਾਂ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਇੱਕ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ। ਉਸ ਪਰਿਵਾਰਵਾਦ ਦੇ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਨੇ, ਹੁਣ ਵੀ ਆ ਰਹੀਆਂ ਨੇ। ਜਿਵੇਂ ਤੁਸੀਂ ਕਿਹਾ ਕਿ ਇਸ ਵੇਲੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਚਾਹੀਦੀ ਕਾਂਗਰਸ ਨੂੰ, ਉਹ ਨਹੀਂ ਨਿਭਾ ਪਾ ਰਹੀ। ਖਾਸ ਤੌਰ 'ਤੇ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਇੱਕ ਪਾਸੇ ਪੈਟਰੋਲ ਡੀਜ਼ਲ ਬਹੁਤ ਜ਼ਿਆਦਾ ਜਿਹੜਾ ਹੈਗਾ, ਇੱਥੋਂ ਤੱਕ ਕਿ ਜਿਹੜੀ ਗੈਸ ਹੈ ਉਹ ਜ਼ਿਆਦਾ ਮਹਿੰਗਾਈ ਦੇ ਵਿੱਚ ਆਪਾਂ ਦੇਖ ਰਹੇ ਹਾਂ, ਇੰਨੀ ਮਹਿੰਗਾਈ ਵੱਧ ਰਹੀ ਹੈ। ਔਰ ਦੂਜੇ ਪਾਸੇ ਉਹਦੀ ਜਿਹੜੀ ਵਿਰੋਧੀ ਸੁਰ ਹੈ ਕਾਂਗਰਸ ਦੀ, ਉਹ ਕਿਤੇ ਸਾਨੂੰ ਦਿਖਾਈ ਨਹੀਂ ਦੇ ਰਹੀ। ਇਸ ਕਰਕੇ ਕਾਂਗਰਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਪਿਛਲੇ ਲੰਮੇ ਸਮੇਂ ਤੋਂ। ਔਰ ਜਿਵੇਂ ਤੁਸੀਂ ਕਿਹਾ ਕਿ 23 ਲੋਕ ਜਿਹੜੇ ਨੇ ਉਹਨਾਂ ਨੇ ਪਹਿਲਾਂ ਚਿੱਠੀ ਵੀ ਲਿਖੀ ਸੀ ਗੁਲਾਮ ਨਬੀ ਆਜ਼ਾਦ ਦੀ ਰਹਿਨੁਮਾਈ ਦੇ ਵਿੱਚ। ਹੁਣ ਪਿੱਛੇ ਜੇ ਇਹਨਾਂ ਦੀ ਮੀਟਿੰਗ ਵੀ ਹੋਈ ਹੈ ਔਰ ਉਸ ਮੀਟਿੰਗ ਤੋਂ ਇਹੀ ਲੱਗ ਰਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਵਿੱਚ ਕਾਫੀ ਸਮੱਸਿਆਵਾਂ, ਕਾਫੀ ਦਰਾੜ ਪੈਣ ਦੀਆਂ ਸੈਂਟਰਲ ਲੈਵਲ ਦੀਆਂ ਸੰਭਾਵਨਾਵਾਂ ਨੇ। ਔਰ ਇਹੀ ਇਹਦਾ ਜਿਹੜਾ ਅਸਰ ਹੋਏਗਾ ਇਹ ਪੰਜਾਬ ਦੇ ਉੱਤੇ ਵੀ ਪਏਗਾ। ਔਰ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਦੇ ਵਿੱਚ ਵੀ ਬਹੁਤ ਸਾਰੇ ਗਰੁੱਪਸ ਨੇ ਵੱਖ-ਵੱਖ, ਚਾਹੇ ਕੈਪਟਨ ਦਾ ਗਰੁੱਪ ਹੈ, ਬਾਜਵਾ ਸਾਹਿਬ ਦਾ ਗਰੁੱਪ ਹੈ, ਇੱਥੋਂ ਤੱਕ ਕਿ ਨਵਜੋਤ ਸਿੱਧੂ ਦਾ ਜਿਹੜਾ ਗਰੁੱਪ ਹੈ, ਉਹ ਲਗਾਤਾਰ ਗਰੁੱਪ ਜਿਹੜੇ ਨੇ ਇੱਕ ਦੂਜੇ ਦੀਆਂ ਜਿਹੜੀਆਂ ਲੱਤਾਂ ਖਿੱਚਣ ਦੇ ਲਈ ਆਪਾਂ ਤਿਆਰ ਬੈਠੇ ਨੇ। ਆਪਾਂ ਨੇ ਕੱਲ੍ਹ ਵੀ ਗੱਲ ਕੀਤੀ ਸੀ ਇਹਦੇ ਬਾਰੇ। ਸੋ ਲਗਾਤਾਰ ਚਾਹੇ ਉਹ ਸੈਂਟਰ ਦੀ ਜਿਹੜੀ ਇਹਨਾਂ ਦੀ ਕਾਂਗਰਸ ਹੋਵੇ, ਚਾਹੇ ਸਟੇਟ ਦੀ ਹੋਵੇ ਜਾਂ ਵੱਖ-ਵੱਖ, ਕਿਉਂਕਿ ਹੁਣ ਇਲੈਕਸ਼ਨਾਂ ਆ ਰਹੀਆਂ ਨੇ ਬੰਗਾਲ, ਅਸਾਮ ਜਾਂ ਹੋਰ ਜਿਹੜੇ ਸਟੇਟਾਂ ਦੇ ਵਿੱਚ, 4 ਸਟੇਟਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਨੇ, ਉੱਥੇ ਵੀ ਤੁਸੀਂ ਦੇਖੋਗੇ ਕਿ ਕਾਂਗਰਸ ਦੀ ਕੋਈ ਜਿਹੜੀ ਉੱਥੇ ਹੋਂਦ ਹੈ ਇਹਨਾਂ 4 ਸਟੇਟਾਂ ਦੇ ਵਿੱਚ ਕੋਈ ਬਹੁਤੀ ਦਿਖਾਈ ਨਹੀਂ ਦੇ ਰਹੀ। ਇੱਥੋਂ ਤੱਕ ਕਿ ਪੌਂਡੀਚੇਰੀ ਦੇ ਵਿੱਚ ਵੀ ਜਿਹੜੀ ਹੈ ਇਹਨਾਂ ਦੀ ਕਾਂਗਰਸ ਦੀ ਸਰਕਾਰ ਉਹ ਗਿਰੀ ਹੈ ਪਿੱਛੇ ਜੇ। ਔਰ ਉੱਥੋਂ ਸਾਨੂੰ ਲੱਗ ਰਿਹਾ ਹੈ ਕਿ ਕਾਂਗਰਸ ਹੁਣ ਆਪਣੇ ਬੈਕ ਫੁੱਟ 'ਤੇ ਸਭ ਤੋਂ ਮਾੜੇ ਹੁਣ ਤੱਕ ਦੇ ਇਤਿਹਾਸ ਦੇ ਵਿੱਚ, ਲਗਭਗ ਆਜ਼ਾਦੀ ਤੋਂ ਬਾਅਦ ਜਿਹੜਾ 75 ਸਾਲ ਹੋਏ ਆ, ਉਦੋਂ ਸਭ ਤੋਂ ਮਾੜੇ ਹਾਲਾਤ ਦੇ ਵਿੱਚ ਆ ਚੁੱਕੀ ਆ ਕਾਂਗਰਸ। ਇਹਨਾਂ ਨੇ ਆਪਣੇ ਆਪ ਨੂੰ G23 ਦਾ ਨਾਮ ਦਿੱਤਾ, 23 ਗਾਂਧੀ ਦਾ ਨਾਮ ਦਿੱਤਾ ਹੈ। ਇਹ ਦਬਵੀਂ ਆਵਾਜ਼ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਕਮਾਨ ਜਿਹੜੀ ਮਿਲਣੀ ਚਾਹੀਦੀ ਹੈ ਗੁਲਾਮ ਨਬੀ ਆਜ਼ਾਦ ਨੂੰ। ਕਿਵੇਂ ਦੇਖਦੇ ਹੋ ਕਿ ਰਾਹੁਲ ਗਾਂਧੀ ਦਾ ਹੁਣ ਅੰਤ ਹੋਣ ਵਾਲੀ ਗੱਲ ਹੈ? ਦੇਖੋ, ਮੈਂ ਫੇਰ ਕਹਾਂਗਾ ਕਿ ਜੇ ਕੋਈ ਬਚਾ ਸਕੇਗਾ ਇਸ ਕਾਂਗਰਸ ਨੂੰ, ਰਾਹੁਲ ਗਾਂਧੀ, ਇਸ ਤੋਂ ਪਹਿਲਾਂ ਇਹਨਾਂ ਦੇ ਪਿਤਾ ਜੀ ਰਾਜੀਵ ਗਾਂਧੀ, ਫਿਰ ਮੈਡਮ ਗਾਂਧੀ, ਅਤੇ ਉਹਨਾਂ ਤੋਂ ਵੀ ਪਹਿਲਾਂ ਜਵਾਹਰ ਲਾਲ ਨਹਿਰੂ, ਇਹ ਸਾਰੇ ਤੁਸੀਂ ਦੇਖੋਗੇ ਕਿ ਇੱਕੋ ਪਰਿਵਾਰ ਦੇ ਆਲੇ ਦੁਆਲੇ ਹੁਣ ਤੱਕ 75 ਸਾਲਾਂ ਦੇ ਵਿੱਚ। ਉਹ ਉੱਤੋਂ ਵੀ ਪਹਿਲਾਂ ਜੇ ਆਪਾਂ ਕਾਂਗਰਸ ਦਾ ਇਤਿਹਾਸ ਜਦੋਂ ਦੇਖਦੇ ਹਾਂ, ਲਗਭਗ 150 ਸਾਲ ਪੁਰਾਣਾ ਹੈ। ਮੋਤੀ ਲਾਲ ਨਹਿਰੂ ਜਿਹੜੇ ਨੇ ਉਹ ਇਹਨਾਂ ਦੇ ਜਵਾਹਰ ਲਾਲ ਨਹਿਰੂ ਸਾਹਿਬ ਦੇ ਪਿਤਾ ਸੀਗੇ। ਕਿਸੇ ਵੇਲੇ ਉਹ ਸਾਰੀ ਸੱਤਾ ਸੰਭਾਲਦੇ ਸੀਗੇ ਕਾਂਗਰਸ ਦੀ। ਸੋ ਲਗਾਤਾਰ ਇੱਕੋ ਪਰਿਵਾਰ ਦੇ ਆਲੇ ਦੁਆਲੇ ਜਦੋਂ ਸਾਰੀ ਚੀਜ਼ ਘੁੰਮ ਰਹੀ ਹੈ ਕਾਂਗਰਸ, ਪੂਰੀ ਉਹਦਾ ਇਤਿਹਾਸ ਘੁੰਮ ਰਿਹਾ ਹੈ, ਤਾਂ ਇੱਥੋਂ ਲੱਗ ਰਿਹਾ ਹੈ ਕਿ ਇਸ ਵੇਲੇ ਵੱਖ-ਵੱਖ, ਜਦੋਂ ਸੱਤਾ ਤੋਂ ਬਾਹਰ ਹੈ ਇਸ ਵੇਲੇ ਕਾਂਗਰਸ, ਤਾਂ ਵੱਖ-ਵੱਖ ਜਿਹੜੇ ਲੀਡਰ ਸਾਹਿਬਾਨ ਨੇ ਕਾਂਗਰਸ ਦੇ, ਤਾਂ ਉਹਨਾਂ ਦੇ ਵਿੱਚ ਇੱਕ ਫਰਸਟ੍ਰੇਸ਼ਨ ਦਿਖਾਈ ਦਿੰਦੀ ਹੈ। ਬੇਸ਼ੱਕ ਜਦੋਂ ਸੱਤਾ 'ਚ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਇਹ ਪਰਿਵਾਰ ਹੀ ਬਚਾ ਕੇ ਰੱਖੇਗਾ, ਪਰ ਹੁਣ ਕਿਉਂਕਿ 2 ਵਾਰੀ ਹੋ ਗਈ ਹੈ ਲਗਾਤਾਰ ਹਾਰ ਕਾਂਗਰਸ ਦੀ, ਤਾਂ ਇਹ ਜਿਹੜਾ ਇੱਕ ਵਿਰੋਧੀ ਧੜਾ ਹੈ ਕਾਂਗਰਸ ਦੇ ਜਿਹੜਾ ਹੈਗਾ ਵਿੱਚ ਬੈਠਾ ਹੈ, ਉਹ ਜੇ ਲਗਾਤਾਰ ਇਹ ਗੱਲ ਕਹਿਣਗੇ ਤਾਂ ਮੈਨੂੰ ਲੱਗਦਾ ਕਿ ਉਹਦੇ ਨਾਲ ਕਾਂਗਰਸ ਨੂੰ ਬਚਾਉਣਾ
ਬਹੁਤ ਔਖਾ ਹੈ। ਹੁਣ ਜਿਹੜੀਆਂ ਇਸ ਵੇਲੇ ਰੀਜਨਲ ਪਾਰਟੀਆਂ ਦਾ ਜਾਂ ਨਵੀਆਂ ਪਾਰਟੀਆਂ ਦਾ ਜਿਹੜਾ ਹੈਗਾ ਫਿਊਚਰ ਮੈਨੂੰ ਲੱਗ ਰਿਹਾ ਕਾਂਗਰਸ ਜਿੰਨਾ ਕੁ ਵੀ ਆਪਣਾ ਇਸ ਮੁਲਕ ਨੂੰ ਦੇਣਾ ਸੀ ਉਹ ਦੇ ਚੁੱਕੀ ਹੈ। ਸੋ ਉਹਦੀ ਜੀ ਨੈਸ਼ਨਲ ਲੈਵਲ ਤੇ ਜਿਹੜੀ ਹੁਣ ਇਹ ਬਾਗੀ ਸੁਰ ਉੱਠੇ ਨੇ, ਹੁਣ ਵਿਧਾਨ ਸਭਾ ਚੋਣਾਂ ਵੀ ਹੋਣੀਆਂ 2022 ਦੇ ਵਿੱਚ, ਕੀ ਪੰਜਾਬ ਦੀਆਂ ਇਹਨਾਂ ਵਿਧਾਨ ਸਭਾ ਚੋਣਾਂ ਦੇ ਉੱਪਰ ਨੈਸ਼ਨਲ ਲੈਵਲ ਤੇ ਜਿਹੜੀ ਬਾਗੀ ਸੁਰ ਉੱਠੇ ਨੇ ਕਾਂਗਰਸ ਦੇ ਵਿੱਚ ਉਹਦਾ ਅਸਰ ਪਊਗਾ ਕੋਈ? ਬਹੁਤ ਬੁਰੀ ਤਰ੍ਹਾਂ ਅਸਰ ਪਏਗਾ ਬਿਲਕੁਲ, ਕਿਉਂਕਿ ਇੱਕੋ ਹੀ ਕੜੀ ਹੈ ਇਹ। ਜੇ ਆਪਾਂ ਦੇਖੀਏ ਇਹਨੂੰ ਸੈਂਟਰ ਔਰ ਜਿਹੜੀਆਂ ਸਟੇਟ ਦੀਆਂ ਜਦੋਂ ਹੁੰਦੀਆਂ ਨੇ ਪਾਰਟੀਆਂ ਤਾਂ ਇੱਕ ਦੂਜੇ ਨਾਲ ਮਿਲ ਕੇ ਚੱਲਦੀਆਂ ਨੇ, ਇੱਕ ਦੂਜੇ ਦੇ ਅਸਰ ਅੰਦਾਜ਼ ਕਰਦੀਆਂ ਨੇ। ਸੋ ਇਸ ਕਰਕੇ ਇਹਦਾ ਅਸਰ ਜਿਹੜਾ ਹੈਗਾ ਪਹਿਲਾਂ ਵੀ ਪਿਆ। ਤੁਸੀਂ ਪਿੱਛੇ ਜੇ ਆਪਾਂ ਕੱਲ ਗੱਲ ਕੀਤੀ ਸੀ ਕਿ ਜਿਹੜੇ ਦੁੱਲੋ ਦਾ ਆਵਾਜ਼ ਉਠਾਉਣੀ, ਪ੍ਰਤਾਪ ਬਾਜਵੇ ਦੀਆਂ ਬਗਾਵਤੀ ਸੁਰਾਂ ਜਿਹੜੀਆਂ ਉੱਭਰੀਆਂ ਸੀਗੀਆਂ, ਉਹ ਪ੍ਰਗਟ ਇਹ ਤੋਂ ਉਸ ਤੋਂ ਬਾਅਦ ਫਿਰ ਪ੍ਰਗਟ ਸਿੰਘ ਜਾਂ ਨਵਜੋਤ ਸਿੱਧੂ ਜਿਹੜੇ ਨੇ, ਇਹ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਪੰਜਾਬ ਤੋਂ ਮਨੀਸ਼ ਤਿਵਾੜੀ ਵੀ ਹਾਜ਼ਰ। ਬਿਲਕੁਲ। ਸੋ ਇਸ ਕਰਕੇ ਕਿਉਂ ਇਹ ਇਸ ਲਈ ਹੋ ਰਿਹਾ ਕਿਉਂਕਿ ਜਦੋਂ ਸੱਤਾ ਚੋਂ ਬਾਹਰ ਕੋਈ ਵੀ ਧਿਰ ਹੁੰਦੀ ਹੈ ਤਾਂ ਉਹਦੇ ਵਿੱਚ ਫਰਸਟ੍ਰੇਸ਼ਨ ਹੋਣੀ ਇੱਕ ਨੈਚੁਰਲ ਜਿਹੜੀ ਹੈਗੀ ਆ ਫਿਨੋਮਨਾ ਹੈ। ਸੋ ਇਸ ਕਰਕੇ ਇਹਨਾਂ ਦੇ ਵਿੱਚ ਜਿਹੜਾ ਹੈ ਉਹ ਲਗਾਤਾਰ ਹਾਰਾਂ ਸਹਿ ਰਹੀ ਹੈ ਕਾਂਗਰਸ, ਔਰ ਲਗਾਤਾਰ ਇਹਨਾਂ ਜਿਹੜੀਆਂ 4 ਸਟੇਟਾਂ ਨੇ ਇਹਨਾਂ ਵਿੱਚ ਵੀ ਉਹਨਾਂ ਨੂੰ ਕੋਈ ਫਿਊਚਰ ਨਜ਼ਰ ਨਹੀਂ ਆ ਰਿਹਾ। ਸੋ ਅੱਗੇ 22 ਦੇ ਵਿੱਚ ਜਿਵੇਂ ਤੁਸੀਂ ਕਿਹਾ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ, ਆਪਾਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਕਿਸੇ ਵੇਲੇ ਕਹਿ ਚੁੱਕੇ ਨੇ ਕਿ ਮੇਰੀ ਆਖਰੀ ਪਾਰੀ ਹੈ, ਇਸ ਕਰਕੇ ਮੈਂ ਹੁਣ ਹੋਰ ਪਾਰੀ ਨਹੀਂ ਖੇਡਣਾ ਚਾਹੁੰਦਾ। ਪਰ ਲਗਾਤਾਰ ਉਹ ਇੱਕ ਦੂਸਰੇ ਪਾਸੇ ਇਹ ਵੀ ਪ੍ਰੈਸ਼ਰ ਬਣਾ ਰਹੇ ਨੇ ਕਿ ਮੈਨੂੰ ਦੁਬਾਰਾ ਮੁੱਖ ਮੰਤਰੀ ਦਾ ਚਿਹਰਾ ਕਹਿਤਾ ਸੀ 2-3 ਮਹੀਨਿਆਂ ਬਾਅਦ, ਭਾਰਪੂਰ ਵੀ ਘਟਾਇਆ, ਹੁਣ ਸਿਹਤ ਫਿੱਟ ਕੀਤੀ ਹੈ, ਕਹਿੰਦੇ ਕਿ ਇਲੈਕਸ਼ਨ ਤਾਂ ਮੈਂ ਲੜੂੰਗਾ। ਦੇਖੋ ਇਲੈਕਸ਼ਨ ਲੜਨਾ ਹੋ ਰਿਹਾ ਹੈ, ਬਿਲਕੁਲ ਇਹ ਲੋਕਤੰਤਰ ਹੈ, ਲੜਨਾ ਚਾਹੀਦਾ ਹੈ। ਪਰ ਉਸ ਤੋਂ ਵੀ ਪਹਿਲਾਂ ਜਿਹੜਾ ਮੈਨੂੰ ਲੱਗਦਾ ਕਿ ਲੋਕ ਜਿਹੜਾ ਹਿਸਾਬ ਮੰਗਣਗੇ ਉਹਨਾਂ ਦੇ ਜਿਹੜੇ ਕੀਤੇ ਵਾਅਦੇ ਦੇ, ਜਿਹੜੇ ਉਹਨਾਂ ਨੇ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਵਾਅਦੇ ਕੀਤੇ ਜਾਂ ਲੋਕਾਂ ਨੂੰ ਫਾਰਮ ਭਰ ਕੇ ਘਰ ਨੌਕਰੀ ਦੇ ਵਾਅਦੇ ਕੀਤੇ, ਔਰ ਕਿਸਾਨਾਂ ਦੇ ਸਾਰਾ ਜਿਹੜਾ ਟੈਕਸ ਹੈ, ਕਰਜ਼ਾ ਹੈ, ਉਹ ਮਾਫ ਕਰਨ ਦੇ ਵਾਅਦੇ ਕੀਤੇ, ਹੋਰ ਬਹੁਤ ਸਾਰੇ ਜਿਹੜੇ ਵਾਅਦੇ ਸੀਗੇ ਉਹ ਇਸ ਵੇਲੇ ਮੈਨੂੰ ਲੱਗਦਾ ਕਿ 1 ਸਾਲ ਦੇ ਵਿੱਚ ਜੇ ਉਹ ਪੂਰੇ ਨਹੀਂ ਕਰਦੇ ਤਾਂ ਲੋਕ ਜਿਹੜੇ ਨੇ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਸਾਹਿਬ ਨੂੰ ਕੋਈ ਬਹੁਤਾ ਉਹ ਸਪੇਸ ਦੇਣਗੇ। ਜਾਂ ਜਿਵੇਂ ਉਹਨਾਂ ਨੇ ਵੀ ਕਾਂਗਰਸੀਆਂ ਨੇ ਆਪ ਕਿਹਾ ਹੈ ਕਿ ਇਸ ਵੇਲੇ ਜਿਹੜੀ ਕਾਂਗਰਸ ਦੀ ਹਾਲਤ ਹੈ ਉਹ ਸਭ ਤੋਂ ਪੇਤਲੀ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ। ਸੋ ਇਸ ਕਰਕੇ ਮੁਸ਼ਕਲ ਹੈ, ਮੈਨੂੰ ਨਹੀਂ ਲੱਗਦਾ ਕਿ ਕੈਪਟਨ ਸਾਹਿਬ ਦਾ ਜਿਹੜਾ ਹੁਣ ਸਿੱਕਾ ਪੁਰਾਣੇ ਵਾਲਾ, ਚਾਹੇ ਉਹ ਵੇਟ ਘਟਾਉਣ ਨਾ ਘਟਾਉਣ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਲੋਕਾਂ ਦੇ ਵਿੱਚ ਜਿੰਨੀ ਦੇਰ ਤੁਸੀਂ ਨਹੀਂ ਵਿਚਰਦੇ, ਕੋਈ ਵੀ ਲੀਡਰ ਹੈ ਇਸ ਵੇਲੇ ਦੀ ਜਿਹੜੀ ਪੋਲਿਟਿਕਸ ਇਹ ਮੰਗ ਕਰਦੀ ਹੈ ਕਿ ਲੀਡਰ ਚਾਹੇ ਕਰੇ ਕੁਛ ਨਾ, ਘੱਟੋ ਘੱਟ ਲੋਕਾਂ ਦੇ ਵਿੱਚ ਤਾਂ ਵਿਚਰੇ ਨਾ। ਤਾਂ ਆਪਾਂ ਨੂੰ ਪਤਾ ਹੈ ਕਿ ਪਿਛਲੇ 4 ਸਾਲਾਂ ਦੇ ਵਿੱਚ ਕਿੰਨੇ ਕੁ ਵਾਰੀ ਕੈਪਟਨ ਸਾਹਿਬ ਲੋਕਾਂ ਦੇ ਵਿੱਚ ਗਏ ਨੇ। ਸੋ ਉੱਥੋਂ ਸਾਨੂੰ ਇਹ ਲੱਗਦਾ ਹੈ ਕਿ ਕੈਪਟਨ ਸਾਹਿਬ ਦਾ ਇੱਕ ਵਾਰੀ ਤਾਂ ਉਹਨਾਂ ਨੇ ਲੋਕਾਂ ਨੇ ਕਹਿਤਾ ਕਿ ਠੀਕ ਹੈ ਜੀ ਤੁਹਾਨੂੰ ਵੋਟਾਂ ਦੇਤੀਆਂ, ਪਰ ਬਾਰ-ਬਾਰ ਇਹ ਚੀਜ਼ ਕਾਠ ਦੀ ਹਾਂਡੀ ਚੜ੍ਹੇਗੀ, ਉਹ ਸੰਭਾਵਨਾਵਾਂ ਪੰਜਾਬ ਦੇ ਇਸ ਮੌਜੂਦਾ ਸਮੇਂ ਦੇ ਵਿੱਚ, ਜਦੋਂ ਹੁਣ ਕਿਸਾਨ ਅੰਦੋਲਨ ਬਹੁਤ ਵੱਡਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਔਰ ਕਿਸਾਨ ਕੌਨਸ਼ੀਅਸ ਹੋ ਚੁੱਕੇ ਨੇ, ਚੇਤਨ ਹੋ ਚੁੱਕੇ ਨੇ, ਔਰ ਕਿਸਾਨ ਆਪਾਂ ਨੂੰ ਪਤਾ ਹੈ ਕਿ ਇਹ ਮੰਗ ਲਗਾਤਾਰ ਕਰ ਰਹੇ ਨੇ, ਜੋ ਵਾਅਦੇ ਤੁਸੀਂ ਕਿਸਾਨਾਂ ਨਾਲ ਕੀਤੇ ਸੀਗੇ ਕਿ ਮੈਂ ਸਾਰੇ ਕਰਜ਼ੇ ਮਾਫ ਕਰਾਂਗਾ, ਉਹ ਜਿੰਨੀ ਦੇਰ ਕਰਜ਼ਾ ਮਾਫ ਨਹੀਂ ਹੁੰਦਾ ਤਾਂ ਕਿਸਾਨ ਵੀ ਜਿਹੜੇ ਨੇ ਉਹ ਕੈਪਟਨ ਸਾਹਿਬ ਨੂੰ ਮੂੰਹ ਨਹੀਂ ਲਾਉਣਗੇ, ਇਹ ਮੈਨੂੰ ਉਮੀਦ ਹੈ। ਪੰਜਾਬ ਸਰਕਾਰ ਦਾ ਆਖਰੀ ਬਜਟ ਸੈਸ਼ਨ ਜਿਹੜਾ ਸ਼ੁਰੂ ਹੋਣ ਜਾ ਰਿਹਾ, ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਨੂੰ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਲੈ ਕੇ ਘੇਰਾਂਗੇ। ਨਾਲ ਹੀ ਨਾਲ ਉਹਨਾਂ ਜਿਹੜਾ ਕੈਪਟਨ ਦੇ ਘਰ ਦੇ ਵਿੱਚ ਜਿਹੜਾ ਫੰਕਸ਼ਨ ਹੋਇਆ ਸੀ ਉਹਨੂੰ ਲੈ ਕੇ ਵੀ ਘੇਰਿਆ। ਉਹ ਕਹਿੰਦੇ ਕਿ ਜਿਹੜੇ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਸਮਾਗਮ ਹੋਣੇ ਆ, ਸਮਾਗਮ ਦੇ ਵਿੱਚ ਜਿਹੜੇ ਲੋਕ ਇਕੱਠੇ ਹੋਣੇ ਉਹਨਾਂ ਦੀ ਗਿਣਤੀ ਹੈ, ਪਰ ਆਪਣੇ ਘਰ ਦੇ ਵਿੱਚ ਜਿਹੜੇ ਸਮਾਗਮ ਹੁੰਦੇ ਆ ਉਹਨਾਂ ਦੇ ਵਿੱਚ ਲੋਕਾਂ ਦੀ ਕੋਈ ਗਿਣਤੀ। ਦੇਖੋ ਲਗਾਤਾਰ ਹੀ ਆਪਾਂ ਜਦੋਂ ਤੋਂ ਕਰੋਨਾ ਦਾ ਇਹ ਦੌਰ ਸ਼ੁਰੂ ਹੋਇਆ, ਲਗਭਗ ਸਾਲ ਹੋ ਚੁੱਕਿਆ, ਉਹਦੇ ਵਿੱਚ ਕੈਪਟਨ ਸਾਹਿਬ ਨੇ ਜਿੰਨੀ ਇਹਦੇ ਵਿੱਚੋਂ ਰਾਜਨੀਤੀ ਜਿਹੜੀ ਖੇਡ ਚਾਲ ਚੱਲੀ ਹੈ ਉਹ ਸਾਰਿਆਂ ਨੂੰ ਪਤਾ ਹੈ। ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਰਫਿਊ ਨਹੀਂ ਸੀ ਲੱਗਿਆ, ਪਰ ਕੈਪਟਨ ਸਾਹਿਬ ਨੇ ਪੰਜਾਬ ਦੇ ਵਿੱਚ ਕਰਫਿਊ ਲਾਇਆ, ਔਰ ਜਿਵੇਂ ਪੰਜਾਬ ਦੇ ਵਿੱਚ ਪੁਲਿਸ ਨੇ ਕੁੱਟਿਆ ਲੋਕਾਂ ਨੂੰ, ਉਹ ਮੈਨੂੰ ਲੱਗਦਾ ਆਪਾਂ ਪੂਰੇ ਹਿੰਦੁਸਤਾਨ ਦੇ ਵਿੱਚ ਨਹੀਂ ਦੇਖਿਆ। ਸੋ ਇਸ ਕਰਕੇ ਕਈ ਜਗ੍ਹਾ ਪੁਲਿਸ ਨਾਲ ਝੜਪਾਂ ਵੀ ਹੋਈਆਂ ਆਮ ਲੋਕਾਂ ਦੀਆਂ। ਸੋ ਤੁਸੀਂ ਦੇਖਿਆ ਹੋਵੇਗਾ ਕਿ ਲਗਾਤਾਰ ਜਿਹੜੇ ਸੀਗੇ, ਇੱਥੋਂ ਤੱਕ ਕਿ ਜਿਹੜੇ ਪੰਜਾਬ ਦੇ ਮੈਡੀਕਲ ਜਿਹੜੇ ਲੋਕ ਸੀਗੇ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਦਿੱਤੀਆਂ ਗਈਆਂ, ਉਹਨਾਂ ਨੂੰ ਜਿਹੜੇ ਲੋਕ ਜਿਹੜੇ ਸੀਗੇ ਇਸ ਦੇ ਵਿੱਚ ਸ਼ਾਮਲ ਸੀਗੇ ਬਚਾਅ ਦੇ ਵਿੱਚ, ਉਹਨਾਂ ਨੂੰ ਅਜੇ ਤੱਕ ਤਨਖਾਹਾਂ ਨਹੀਂ ਪੂਰੀਆਂ ਮਿਲ ਰਹੀਆਂ। ਸੋ ਇੱਕ ਪਾਸੇ ਤਾਂ ਕੈਪਟਨ ਸਾਹਿਬ ਕਹਿੰਦੇ ਨੇ ਮੈਂ ਸਖਤੀ ਕਰ ਦਿਆਂਗਾ, ਔਰ
ਔਰ ਸਖਤੀ ਦੇ ਨਾਲ ਮੈਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ। ਪਰ ਦੂਜੇ ਪਾਸੇ ਉਹ ਜਦੋਂ ਇਕੱਠ ਕਰਦੇ ਨੇ ਉਹਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ। ਬਾਕੀ ਵੀ ਬਹੁਤ ਸਾਰੇ ਲੀਡਰ ਸਾਹਿਬਾਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਨੇ ਇਕੱਠ ਹੋਏ ਨੇ, ਪਰ ਉੱਥੇ ਕੋਈ ਇਸ ਕਿਸਮ ਦੀ ਜਿਹੜੀ ਹੈਗੀ ਬੰਦਿਸ਼ ਨਹੀਂ ਸੀਗੀ। ਦੂਜੇ ਪਾਸੇ ਜਦੋਂ ਆਮ ਲੋਕ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਰਾਤ ਦਾ ਕਰਫਿਊ ਵੀ ਲਵਾਉਂਗਾ 1 ਤਰੀਕ ਤੋਂ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਹੈਗੇ ਟੀਕੇ ਲਾਉਣ ਦੀ ਗੱਲ ਹੋ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਜਿਹੜਾ ਹੈਗਾ ਭਰਮਾਉਣ ਦੇ ਲਈ ਔਰ ਲੋਕਾਂ ਨੂੰ ਮਤਲਬ ਜਿਹੜੀ ਆਪਣੀ ਸਿਆਸਤ ਨੂੰ ਚਮਕਾਉਣ ਦੇ ਲਈ ਕੀਤੀਆਂ ਜਾ ਰਹੀਆਂ ਨੇ, ਨਾ ਕਿ ਸੀਰੀਅਸਲੀ ਜਿਹੜੀ ਕਰੋਨਾ ਦੀ ਕੋਈ ਐਡੀ ਕੋਈ ਗੱਲਬਾਤ ਹੈ ਪੰਜਾਬ ਦੇ ਵਿੱਚ। ਜੇ ਇਹ ਗੱਲ ਹੁੰਦੀ ਤਾਂ ਸਾਡੇ ਲੱਖਾਂ ਕਿਸਾਨ ਮਜ਼ਦੂਰ ਜਿਹੜੇ ਨੇ ਉਹ ਸੜਕਾਂ 'ਤੇ ਬੈਠੇ ਨੇ। ਜੇ ਕਰੋਨਾ ਦਾ ਕੋਈ ਐਡਾ ਹਮਲਾ ਹੁੰਦਾ ਤਾਂ ਲਾਜ਼ਮੀ ਤੌਰ 'ਤੇ ਪੰਜਾਬ ਦੇ ਵਿੱਚ ਉਹ ਦਿਖਾਈ ਦੇਣਾ ਸੀਗਾ। ਹੁਣ ਮਤਲਬ ਬੇਵਜ੍ਹਾ ਜਿਹੜਾ ਹੈਗਾ ਕੈਪਟਨ ਸਾਹਿਬ ਇੱਦਾਂ ਦੀ ਗੱਲ ਜਿਹੜੀ ਹੈਗੀ ਉਹ ਕਰ ਰਹੇ ਨੇ, ਔਰ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਇੱਥੋਂ ਕਿਤੇ ਸ਼ਾਇਦ ਕਿਸਾਨੀ ਸੰਘਰਸ਼ ਨੂੰ ਤਾਰ ਪੀੜੋ ਕਰਨ ਦੀਆਂ ਕਿਤੇ ਅੰਦਰ ਖਾਤੇ ਕੋਸ਼ਿਸ਼ਾਂ ਤਾਂ ਨਹੀਂ ਹੈਗੀਆਂ। ਇਹ ਵੀ ਸਾਨੂੰ ਜਿਹੜਾ ਹੈਗਾ ਇਹਦੇ ਬਾਰੇ ਵੀ ਸੋਚਣ ਦੀ ਲੋੜ ਹੈ। ਔਰ ਜਿਵੇਂ ਤੁਸੀਂ ਕਿਹਾ ਕਿ ਮਾਨ ਸਾਹਿਬ ਜਿਹੜਾ ਹੈਗਾ ਇਸ ਵੇਲੇ ਗੱਲ ਕਰ ਰਹੇ ਨੇ ਕੈਪਟਨ ਸਾਹਿਬ ਨੂੰ ਘੇਰਨ ਦੀ, ਬਿਲਕੁਲ, ਕਿਉਂਕਿ ਵਿਰੋਧੀ ਧਿਰ ਹੈ, ਉਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਹੈਗੀ ਹੈ ਸਰਕਾਰ ਨੂੰ ਘੇਰਨਾ ਔਰ ਸਰਕਾਰ ਤੋਂ ਸਵਾਲ ਪੁੱਛਣੇ ਔਰ ਸਰਕਾਰ ਨੂੰ ਘੇਰ ਕੇ ਉਹਨਾਂ ਨੂੰ ਜਿਹੜੇ ਵਾਅਦੇ ਕੀਤੇ ਨੇ ਸਰਕਾਰ ਨੇ ਆਪਣੀ ਮੈਨੀਫੈਸਟੋ ਦੇ ਵਿੱਚ ਉਹਨਾਂ ਨੂੰ ਲਾਗੂ ਕਰਵਾਉਣਾ। ਇਹ ਇੱਕ ਬੁਨਿਆਦੀ ਮੈਨੂੰ ਲੱਗਦਾ ਲੋੜ ਹੈ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਅੱਗੇ ਆਉਣਾ ਚਾਹੀਦਾ ਔਰ ਸੜਕਾਂ 'ਤੇ ਜਾਣਾ ਚਾਹੀਦਾ। ਇਹ ਚੰਗੀ ਗੱਲ ਹੈ। ਗੱਲਬਾਤ ਕਰਨ ਲਈ ਤੁਹਾਨੂੰ ਬਹੁਤ ਮਿਹਰਬਾਨੀ। ਔਰ ਮੈਂ ਆਖਰ ਦੇ ਵਿੱਚ ਇਹੀ ਕਹਾਂਗਾ ਕਿ ਕਿਸਾਨ ਸੰਘਰਸ਼, ਕਿਉਂਕਿ ਅੱਜ ਜਿਹੜਾ ਦਿਨ ਸੀਗਾ, ਅੱਜ ਬਹੁਤ ਹੀ ਇੱਕ ਮਹੱਤਵਪੂਰਨ ਦਿਨ ਇਸ ਲਈ ਸੀਗਾ ਕਿਉਂਕਿ ਅੱਜ ਸੰਤ ਮੰਨੇ ਜਾਂਦੇ ਔਰ ਸਾਡੇ ਭਗਤ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਸੀਗਾ ਉਹ ਮਨਾਇਆ ਗਿਆ, ਕਿਸਾਨਾਂ ਨੇ ਮਨਾਇਆ। ਔਰ ਇਸ ਤੋਂ ਇਲਾਵਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਸਾਥੀ ਚੰਦਰ ਸ਼ੇਖਰ ਆਜ਼ਾਦ ਹੋਰਾਂ ਦਾ ਸ਼ਹੀਦੀ ਦਿਵਸ ਸੀਗਾ, ਉਹ ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਦੀ। ਸੋ ਅੱਜ ਅਸੀਂ ਸਾਰੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਔਰ ਇਸ ਸਿਲਸਿਲੇ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਅੱਗੇ ਲਿਜਾਣ ਦੇ ਲਈ ਆਪਾਂ ਆਓ ਰਲ ਮਿਲ ਕੇ ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ ਮੋਢਾ ਜੋੜ ਕੇ ਚੱਲੀਏ ਤਾਂ ਕਿ ਸੰਘਰਸ਼ ਜਿਹੜਾ ਹੈਗਾ ਆਪਣੀ ਆਖਰੀ ਅੰਜਾਮ ਤੱਕ ਪਹੁੰਚ ਸਕੇ। ਬਹੁਤ ਧੰਨਵਾਦ। ਇਹ ਸਨ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਤੇ ਸਾਡੇ ਨਾਲ ਵਿਚਾਰ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।